7 क्लास बेटे थोड़ा टॉपिक है कबीले खाना बदोश ਅਤੇ ਸਥਿਰ ਭਾਈਚਾਰੇ। ਮੱਧਕਾਲੀਨ ਯੁੱਗ ਵਿੱਚ ਭਾਰਤੀ ਉਪ ਮਹਾਦੀਪ ਵਿੱਚ ਕਈ ਰਾਜਨੀਤਿਕ ਸਮਾਜਿਕ ਤੇ ਆਰਥਿਕ ਪਰਿਵਰਤਨ ਹੋਏ। ਅਜਿਹਾ ਕਿਵੇਂ ਅਤੇ ਕਿਉਂ ਹੋਇਆ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਜ਼ਰੂਰੀ ਹੈ। ਇਸ ਉਪ ਮਹਾਦੀਪ ਦੇ ਕਈ ਭਾਗਾਂ ਵਿੱਚ ਸਮਾਜ ਕੰਮ ਦੇ ਆਧਾਰ 'ਤੇ ਕਈ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਇਸ ਕਰਕੇ ਅਮੀਰ ਅਤੇ ਗਰੀਬ ਲੋਕਾਂ ਵਿਚਕਾਰ ਫਾਸਲਾ ਵੱਧ ਗਿਆ ਸੀ। ਉਸ ਸਮੇਂ ਦਿੱਲੀ ਸਲਤਨਤ ਅਤੇ ਮੁਗਲ ਸਾਮਰਾਜ ਸਮੇਂ ਸਮਾਜ ਕਈ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਕਬਾਇਲੀ ਸਮਾਜ ਉਹ ਜਿੱਥੇ ਕਬੀਲੇ ਦੇ ਲੋਕ ਰਹਿੰਦੇ ਹੈ। ਕਬੀਲੇ ਦੇ ਲੋਕ ਉਹ ਜਿਨ੍ਹਾਂ ਦਾ ਕੰਮ ਜ਼ਿਆਦਾਤਰ ਖੇਤੀ ਕਰਨਾ ਹੁੰਦਾ ਹੈ ਜਾਂ ਸ਼ਿਕਾਰ ਕਰਨਾ ਹੁੰਦਾ ਹੈ ਜਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਚੀਜ਼ਾਂ ਚੁੱਕ ਕੇ ਸੰਗ੍ਰਹਿਕ ਦਾ ਕੰਮ ਕਰਦੇ ਹੈ ਜਾਂ ਪਸ਼ੂ ਪਾਲਦੇ ਹੈ। ਇਹ ਤੁਹਾਨੂੰ ਕੁਐਸਚਨ ਵੀ ਆਊਗਾ ਕਿ ਉਹਨਾਂ ਦਾ ਕਿੱਤਾ ਕੀ ਹੁੰਦਾ ਹੈ। ਫਿਰ ਹੈ ਮੱਧਕਾਲੀਨ ਯੁੱਗ ਵਿੱਚ ਕਈ ਕਬਾਇਲੀ ਸਮਾਜ ਸਥਾਪਿਤ ਸਨ। ਇਹ ਸਮਾਜ ਸ਼੍ਰੇਣੀਆਂ ਵਿੱਚ ਨਹੀਂ ਵੰਡੇ ਹੋਏ ਸਨ। ਇਹ ਕਬੀਲੇ ਬ੍ਰਾਹਮਣਾਂ ਦੁਆਰਾ ਨਿਰਧਾਰਿਤ ਸਮਾਜਿਕ ਨਿਯਮਾਂ ਅਤੇ ਰੀਤੀ ਰਿਵਾਜਾਂ ਦੀ ਪਾਲਣਾ ਨਹੀਂ ਕਰਦੇ ਸਨ। ਹਰੇਕ ਕਬੀਲੇ ਦਾ ਆਪਣਾ ਭਾਈਚਾਰਾ ਹੁੰਦਾ ਸੀ। ਸਾਰੇ ਕਬੀਲਿਆਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਹੁੰਦਾ ਸੀ, ਪਰੰਤੂ ਕਈ ਕਬੀਲਿਆਂ ਦੇ ਲੋਕ ਸ਼ਿਕਾਰ ਕਰਨਾ, ਸੰਗ੍ਰਹਿਕ ਜਾਂ ਪਸ਼ੂ ਪਾਲਣ ਦਾ ਵੀ ਕੰਮ ਕਰਦੇ ਸਨ। ਕੁਝ ਕਬੀਲਿਆਂ ਦੇ ਲੋਕ, ਇਹ ਕੁਐਸਚਨ ਵੀ ਤੁਹਾਨੂੰ ਬਣੂਗਾ, ਅੰਡਰਲਾਈਨ ਕਰ ਲਿਓ। ਕੁਝ ਕਬੀਲਿਆਂ ਦੇ ਲੋਕ ਆਪਣਾ ਜੀਵਨ ਨਿਰਵਾਹ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਫਿਰਦੇ ਹਨ। ਉਹਨਾਂ ਨੂੰ ਖਾਨਾ ਬਦੋਸ਼ ਕਿਹਾ ਜਾਂਦਾ ਹੈ। ਕਹਿੰਦੇ ਮੱਧਕਾਲੀਨ ਯੁੱਗ ਵਿੱਚ ਭਾਰਤੀ ਉਪ ਮਹਾਦੀਪ ਵਿੱਚ ਕਈ ਸ਼ਕਤੀਸ਼ਾਲੀ ਕਬੀਲੇ ਜੰਗਲਾਂ, ਪਹਾੜਾਂ ਅਤੇ ਰੇਤੀਲੇ ਇਲਾਕਿਆਂ ਆਦਿ ਵਿੱਚ ਰਹਿੰਦੇ ਸਨ। ਉਹਨਾਂ ਕਬੀਲਿਆਂ ਦੇ ਲੋਕ ਸ਼ਕਤੀਸ਼ਾਲੀ ਸਮਾਜਾਂ ਦੇ ਲੋਕਾਂ ਵਿੱਚ ਨਾਲ ਲੜਦੇ ਝਗੜਦੇ ਰਹਿੰਦੇ ਸਨ, ਪਰੰਤੂ ਫਿਰ ਵੀ ਇਹ ਦੋਵੇਂ ਸਮਾਜ ਆਪਣੇ ਨਾਲ ਇਕੱਠੇ ਰਹਿੰਦੇ ਹੋਏ ਆਪਣੀ ਜ਼ਰੂਰਤਾਂ ਨੂੰ ਇੱਕ ਦੂਜੇ 'ਤੇ ਨਿਰਭਰ ਹੁੰਦੇ ਸਨ ਅਤੇ ਆਪਣੀ ਜ਼ਰੂਰਤਾਂ ਨੂੰ ਇੱਕ ਦੂਜੇ ਤੋਂ ਪੂਰੀਆਂ ਕਰਦੇ ਸਨ। ਫਿਰ ਹੈ ਕਬਾਇਲੀ ਲੋਕ ਕੌਣ ਸਨ? ਕਬਾਇਲੀ ਲੋਕ ਮੱਧਕਾਲੀਨ ਯੁੱਗ ਵਿੱਚ ਭਾਰਤੀ ਉਪ ਮਹਾਦੀਪ ਦੇ ਕਬਾਇਲੀ ਲੋਕ ਆਪਣੇ ਬਾਰੇ ਲਿਖਤੀ ਵੇਰਵਾ ਨਹੀਂ ਦਿੰਦੇ। ਉਹਨਾਂ ਦੇ ਕੇਵਲ ਆਪਣੇ ਰੀਤੀ ਰਿਵਾਜਾਂ ਅਤੇ ਸਮਾਜਿਕ ਪਰੰਪਰਾਵਾਂ ਦੀ ਪਾਲਣਾ ਕਰਦੇ ਸਨ, ਜੋ ਕਿ ਉਹਨਾਂ ਦੇ ਗਾਂਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਸੀ। ਇਹ ਰੀਤੀ ਰਿਵਾਜ ਅਤੇ ਸਮਾਜਿਕ ਪਰੰਪਰਾਵਾਂ ਕਬਾਇਲੀ ਸਮਾਜ ਦਾ ਇਤਿਹਾਸ ਲਿਖਣ ਵਿੱਚ ਇਤਿਹਾਸਕਾਰਾਂ ਦੀ ਮਦਦ ਕਰਦੀਆਂ ਹਨ। ਮੱਧਕਾਲੀਨ ਯੁੱਗ ਵਿੱਚ ਭਾਰਤੀ ਉਪ ਮਹਾਦੀਪ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਕਬਾਇਲੀ ਸਮਾਜ ਦੇ ਲੋਕ ਰਹਿੰਦੇ ਸਨ। ਹੁਣ ਇਹਦੇ ਵਿੱਚੋਂ ਆਪਾਂ ਨੂੰ ਕੁਐਸਚਨ ਹੈ ਜਿਹਦੇ ਵਿੱਚ ਉਹ 'ਤੇ ਪੁੱਛਿਆ ਕਿ ਪੰਜਾਬ 'ਚ ਕਿਹੜੇ ਕਿਹੜੇ ਕਬੀਲੇ ਸੀ, ਪਰ ਕਈ ਵਾਰੀ ਕੀ ਹੁੰਦਾ ਹੈ, ਇੱਕ ਨੰਬਰ ਦੇ ਵਿੱਚ ਛੋਟੇ 'ਚ ਕੋਈ ਹੋਰ ਵੀ ਪੁੱਛ ਸਕਦੇ ਆ। ਮਾੜਾ ਮੋਟਾ ਧਿਆਨ ਰੱਖਿਓ ਕਿ ਕਿਹੜਾ ਕਿਹਦੇ ਵਿੱਚ ਹੁੰਦਾ ਹੈ। ਜਿਵੇਂ ਮਨੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਨਾਗਾਲੈਂਡ, ਦਾਦਰ ਐਂਡ ਨਾਗਰ ਹਵੇਲੀ ਆਦਿ ਰਾਜਾਂ ਵਿੱਚ ਕਬੀਲੇ ਖਾਨਬਦੋਸ਼ ਘੁਮੱਕੜ ਵਰਗ ਦੇ ਭੀਲ, ਗੋਂਡਜ਼, ਅਹੋਮ, ਕੁਈ, ਕੋਲੀਜ਼, ਕੁਕੀ ਅਤੇ ਉਰਾਮ ਆਦਿ ਲੋਕ ਰਹਿੰਦੇ ਸਨ। ਪੰਜਾਬ ਦੇ ਕਈ ਭਾਗਾਂ ਵਿੱਚ ਖੋਖਰ, ਗੱਖਰ, ਲੰਗਾਹ, ਅਰਕੂਨ ਅਤੇ ਬਲੋਚ ਆਦਿ ਕਬੀਲੇ ਰਹਿੰਦੇ ਸਨ। ਇਹ ਕਬੀਲੇ ਅੱਗੇ ਕਈ ਕੁਲਾਂ ਵਿੱਚ ਵੰਡੇ ਹੋਏ ਸਨ। ਹਰੇਕ ਕੁਲ ਦਾ ਮੁਖੀਆ ਹੁੰਦਾ ਸੀ। ਇਹਨੂੰ ਲਾਈਨ ਨੂੰ ਟਿਕ ਕਰਨਾ, ਪੁੱਛ ਸਕਦੇ ਆ ਤੁਹਾਨੂੰ ਹਰੇਕ ਕੁਲ ਦਾ ਡੈਸ਼ ਹੁੰਦਾ ਸੀ, ਖਾਲੀ ਥਾਵਾਂ ਆ ਸਕਦੀਆਂ। ਉਦਾਹਰਨ ਦੇ ਤੌਰ 'ਤੇ ਪੱਛਮੀ ਹਿਮਾਲਿਆ ਵਿੱਚ ਗੱਦੀ ਗਡਰੀਆ ਦਾ ਨਾਂ ਕਬੀਲਾ ਹੁੰਦਾ ਸੀ। ਕੁਲ ਕਈ ਪਰਿਵਾਰਾਂ ਜਾਂ ਘਰਾਂ ਦੇ ਸਮੂਹ ਨੂੰ ਕੁਲ ਕਿਹਾ ਜਾਂਦਾ ਹੈ, ਜਿਹੜਾ ਇੱਕ ਹੀ ਪੂਰਵਜ ਦਾ ਸੰਤਾਨ ਹੁੰਦਾ ਹੈ। ਇਸੇ ਤਰ੍ਹਾਂ ਇਸ ਮਹਾਦੀਪ ਦੇ ਉੱਤਰੀ ਪੂਰਬੀ ਭਾਗਾਂ ਵਿੱਚ ਅਹੋਮ, ਨਾਗਾ ਅਤੇ ਕਈ ਹੋਰ ਕਬੀਲੇ ਰਹਿੰਦੇ ਸਨ। 12ਵੀਂ ਸਦੀ ਤੱਕ ਅਜੋਕੇ, ਇਹ ਤੁਹਾਨੂੰ ਆਊਗਾ, 12ਵੀਂ ਸਦੀ ਤੱਕ ਅਜੋਕੇ ਬਿਹਾਰ, ਝਾਰਖੰਡ ਦੇ ਇਲਾਕਿਆਂ ਵਿੱਚ ਚੇਰ ਨਾਂ ਦੇ ਵੰਸ਼ ਦਾ ਉਥਾਨ ਹੋਇਆ। ਇਸ ਲਾਈਨ ਨੂੰ ਟਿਕ ਕਰ ਲਓ, ਇੱਕ ਨੰਬਰ 'ਚ ਆ ਸਕਦਾ ਹੈ। 1591 ਈਸਵੀ ਵਿੱਚ ਮੁਗਲ ਬਾਦਸ਼ਾਹ ਅਕਬਰ ਨੇ ਚੇਰ ਸ਼ਾਸਕ ਵੰਸ਼ ਉੱਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ। ਬਾਅਦ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਚੇਰ ਸ਼ਾਸਕ ਵੰਸ਼ ਦੇ ਕਿਲਿਆਂ ਉੱਤੇ ਅਧਿਕਾਰ ਕਰ ਲਿਆ। ਅਜੋਕੇ ਬਿਹਾਰ ਅਤੇ ਝਾਰਖੰਡ ਇਲਾਕਿਆਂ ਵਿੱਚ ਰਹਿੰਦੇ ਕਬੀਲਿਆਂ ਵਿੱਚੋਂ ਮੁੰਡਾ ਅਤੇ ਸੰਥਾਲ, ਇਹ ਲਾਈਨ ਟਿਕ ਕਰੋ, ਕਬੀਲੇ ਪ੍ਰਮੁੱਖ ਸਨ। ਕਰਨਾਟਕ ਅਤੇ ਮਹਾਰਾਸ਼ਟਰ ਦੇ ਪਹਾੜੀ ਖੇਤਰਾਂ ਵਿੱਚ ਕੇਈ, ਬੇਰਾਦ ਆਦਿ ਕਬੀਲੇ ਰਹਿੰਦੇ ਸਨ। ਗੁਜਰਾਤ ਦੇ ਪ੍ਰਦੇਸ਼ਾਂ ਵਿੱਚ ਵੀ ਕੋਲੀ ਕਬੀਲੇ ਦੇ ਲੋਕ ਰਹਿੰਦੇ ਸਨ। ਇਸ ਪੈਰੇ ਨੂੰ ਲਰਨ ਕਰਨਾ ਤੁਸੀਂ। ਕੋਰਾਗਾ, ਬੇਤਰ ਅਤੇ ਮਾਰਵਾੜ ਆਦਿ ਕਬੀਲੇ ਵੀ ਗੁਜਰਾਤ ਦੇ ਕੁਝ ਭਾਗਾਂ ਵਿੱਚ ਰਹਿੰਦੇ ਸਨ। ਮੱਧਕਾਲੀਨ ਯੁੱਗ ਵਿੱਚ
ਭਾਰਤੀ ਉਪ ਮਹਾਦੀਪ ਦੇ ਪੱਛਮੀ ਅਤੇ ਮੱਧ ਭਾਗ ਵਿੱਚ ਭੀਲ ਨਾਂ ਦਾ ਕਬੀਲਾ ਰਹਿੰਦਾ ਸੀ। ਇਹ ਮੇਰੇ ਖਿਆਲ ਤੁਹਾਨੂੰ ਬਲੈਂਕਸ ਦੇ ਵਿੱਚ ਹੈਗਾ ਵੀ ਹੈ, ਖਾਲੀ ਥਾਵਾਂ ਵਿੱਚ। 6ਵੀਂ ਸਦੀ ਦੇ ਅੰਤ ਤੱਕ ਦੇ ਕਈ ਲੋਕਾਂ ਨੇ ਖੇਤੀਬਾੜੀ ਅਤੇ ਜ਼ਿਮੀਂਦਾਰੀ ਦਾ ਕਿੱਤਾ ਸ਼ੁਰੂ ਕਰ ਦਿੱਤਾ। ਭੀਲ ਕਬੀਲੇ ਦੇ ਬਹੁਤ ਗਿਣਤੀ ਵਿੱਚ ਲੋਕ ਸ਼ਿਕਾਰੀ ਸੰਗ੍ਰਹਿਕ ਦਾ ਕਿੱਤਾ ਕਰਦੇ ਹਨ। ਲਾਈਨ ਟਿਕ ਕਰੋ। ਮੱਧਕਾਲੀਨ ਯੁੱਗ ਵਿੱਚ ਅਜੋਕੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਵਿੱਚ ਗੌੜ ਕਬੀਲੇ ਦੇ ਲੋਕ ਰਹਿੰਦੇ ਸਨ। ਜਿਵੇਂ ਮੈਂ ਪੜ੍ਹ ਰਹੀ ਹਾਂ ਨਾ, ਜਦੋਂ ਤੁਸੀਂ ਵੀਡੀਓ ਦੇਖੋਗੇ ਨਾਲ ਨਾਲ ਤੁਸੀਂ ਕੀ ਕਰਨਾ ਹੈ, ਆਪਦੀ ਬੁੱਕ ਖੋਲ੍ਹ ਲੈਣੀ ਹੈ। ਤੁਸੀਂ ਆਪਦੀ ਬੁੱਕ 'ਚ ਨਿਗਾਹ ਰੱਖਣੀ ਹੈ, ਮੇਰੀ ਆਵਾਜ਼ ਸੁਣਦੇ ਜਾਈਓ। ਅੱਗੇ ਹੈ ਖਾਨਾ ਬਦੋਸ਼ ਲੋਕਾਂ ਦਾ ਜੀਵਨ ਕਿਹੋ ਜਿਹਾ ਸੀ। ਬਹੁਤ ਈਜ਼ੀ ਹੈ। ਮੱਧਕਾਲੀਨ ਯੁੱਗ ਵਿੱਚ ਖਾਨਾ ਬਦੋਸ਼ ਲੋਕਾਂ ਦਾ ਕਿੱਤਾ ਪਸ਼ੂ ਪਾਲਣਾ ਸੀ। ਉਹ ਪਸ਼ੂਆਂ ਨੂੰ ਚਾਰਨ ਲਈ ਬਹੁਤ ਦੂਰ ਤੱਕ ਲੈ ਜਾਂਦੇ ਸਨ। ਉਹ ਪਸ਼ੂ ਪਾਲ ਕੇ ਆਪਣਾ ਜੀਵਨ ਨਿਰਵਾਹ ਕਰਦੇ ਸਨ, ਮਤਲਬ ਰੋਜ਼ੀ ਰੋਟੀ ਕਮਾਉਂਦੇ ਸਨ। ਉਹ ਪਸ਼ੂਆਂ ਦੇ ਦੁੱਧ ਤੋਂ ਘਿਓ ਤਿਆਰ ਕਰਕੇ ਅਤੇ ਉੱਨ ਆਦਿ ਚੀਜ਼ਾਂ ਕਿਸਾਨ ਨੂੰ ਦੇ ਕੇ ਉਹਨਾਂ ਕੋਲੋਂ ਅਨਾਜ, ਕੱਪੜਾ, ਬਰਤਨ ਆਦਿ ਚੀਜ਼ਾਂ ਖਰੀਦਦੇ ਸਨ। ਉਸ ਸਮੇਂ ਖਾਨਾ ਬਦੋਸ਼ ਲੋਕ ਆਪਣਾ ਸਮਾਨ ਵੇਚਣ ਲਈ ਪਸ਼ੂਆਂ ਉੱਤੇ ਰੱਖ ਕੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਲਿਜਾਂਦੇ ਸਨ, ਜਿਨ੍ਹਾਂ ਨੂੰ ਆਪਾਂ ਟੱਪਰੀਵਾਸ ਵੀ ਕਹਿ ਦਿੰਦੇ ਹਾਂ। ਮੱਧਕਾਲੀਨ ਯੁੱਗ ਵਿੱਚ ਖਾਨਾ ਬਦੋਸ਼ ਲੋਕਾਂ ਦੀਆਂ ਬਹੁਤ ਸਾਰੀਆਂ ਕੁਲਾਂ ਵਿੱਚੋਂ ਬੰਜਾਰਾ ਕੁਲ ਦੇ ਲੋਕ ਬੜੇ ਪ੍ਰਸਿੱਧ ਵਪਾਰੀ ਖਾਨਾ ਬਦੋਸ਼ ਸਨ। ਲਾਈਨ ਟਿਕ ਕਰ ਲਓ। ਉਦਾਹਰਨ ਦੇ ਤੌਰ 'ਤੇ ਦਿੱਲੀ ਸਲਤਨਤ ਦੇ ਸ਼ਾਸਕ ਅਲਾਉਦੀਨ ਖਿਲਜੀ ਦੇ ਰਾਜਕਾਲ ਸਮੇਂ ਬੰਜਾਰੇ ਅਨਾਜ ਮੰਡੀਆਂ ਵਿੱਚ ਲੈ ਕੇ ਜਾਂਦੇ ਸਨ। ਮੁਗਲ ਬਾਦਸ਼ਾਹ ਜਹਾਂਗੀਰ ਦੀ ਆਤਮ ਕਥਾ ਵਿੱਚ ਵੀ ਲਿਖਿਆ ਹੋਇਆ ਹੈ ਕਿ ਬੰਜਾਰੇ ਬਲਦਾਂ ਉੱਤੇ ਅਨਾਜ ਰੱਖ ਕੇ ਸ਼ਹਿਰਾਂ ਵਿੱਚ ਵੇਚਣ ਲਈ ਲਿਜਾਂਦੇ ਸਨ। ਉਹ ਯੁੱਧ ਸਮੇਂ ਮੁਗਲ ਸੈਨਾ ਲਈ ਖਾਦ ਸਮੱਗਰੀ ਬਲਦਾਂ ਉੱਤੇ ਰੱਖ ਕੇ ਲਿਜਾਂਦੇ ਸਨ। ਮੱਧਕਾਲੀਨ ਯੁੱਗ ਵਿੱਚ ਚਰਵਾਹਾ ਕਬੀਲੇ ਦੇ ਲੋਕ ਗਾਂ, ਘੋੜੇ ਆਦਿ ਪਾਲਤੂ ਜਾਨਵਰਾਂ ਨੂੰ ਪਾਲ ਕੇ ਵੇਚ ਦਿੰਦੇ ਸਨ। ਲਾਈਨ ਟਿਕ ਕਰ ਲਓ। ਇਸ ਦੇ ਇਲਾਵਾ ਕਈ ਹੋਰ ਕਬੀਲਿਆਂ ਦੇ ਲੋਕ ਸਰਕੜੇ ਦੀਆਂ ਚਟਾਈਆਂ, ਸਰਕੜੇ ਉਹ ਕਾਨੇ ਨਹੀਂ ਹੁੰਦੇ, ਉਹਨਾਂ ਨੂੰ ਕਹਿੰਦੇ ਹੈ, ਬੋਰੀਆਂ, ਰੱਸੇ ਤਿਆਰ ਕਰਕੇ ਵੇਚਦੇ ਸਨ। ਮਦਾਰੀ ਅਤੇ ਗਾਇਕ ਲੋਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਸਨ। ਬੇਟੇ ਤੁਹਾਨੂੰ ਸਿੱਧਾ ਕੁਐਸਚਨ ਵੀ ਪੁੱਛ ਸਕਦੇ ਹੈ ਕਿ ਖਾਨਾ ਬਦੋਸ਼ ਲੋਕ ਜਾਂ ਫਿਰ ਕਬਾਇਲੀ ਲੋਕ ਕਿਵੇਂ ਆਪਣਾ ਜੀਵਨ ਨਿਰਵਾਹ ਕਰਦੇ ਸਨ। ਤੁਸੀਂ ਸਾਰੀਆਂ ਲਾਈਨਾਂ ਉਹਦੇ ਵਿੱਚ ਇਹ ਲਿਖ ਸਕਦੇ ਹੋ ਕਿ ਉਹਨਾਂ ਦਾ ਕਿੱਤਾ ਕੀ ਹੁੰਦਾ ਸੀ। ਉਹ ਆਪ ਪਸ਼ੂਆਂ 'ਤੇ ਨਿਰਭਰ ਕਰਦੇ ਸਨ। ਉਹਨਾਂ ਤੋਂ ਚੀਜ਼ਾਂ ਲੈ ਕੇ ਉਹ ਕਿਸਾਨਾਂ ਨੂੰ ਦੇ ਕੇ ਕਿਸਾਨਾਂ ਤੋਂ ਅਨਾਜ ਲੈ ਲੈਂਦੇ ਸਨ। ਗਾਂ, ਘੋੜੇ ਪਾਲਤੂ ਜਾਨਵਰਾਂ ਨੂੰ ਵੇਚ ਦਿੰਦੇ ਸਨ। ਜਿਹੜੀਆਂ ਆਪਾਂ ਹੁਣੇ ਪੜ੍ਹੀਆਂ ਰੱਸੇ ਅਤੇ ਚਟਾਈਆਂ, ਬੋਰੀਆਂ ਬਣਾਉਂਦੇ ਸਨ। ਸਾਰੀ ਚੀਜ਼ ਪ੍ਰਦਰਸ਼ਨ ਜਿਹੜੇ ਕਲਾਕਾਰ ਸੀ ਉਹ ਆਪਦਾ ਪ੍ਰਦਰਸ਼ਨ ਕਰਕੇ ਪੈਸੇ ਇਕੱਠੇ ਕਰਦੇ ਸਨ ਅਤੇ ਆਪਦਾ ਜੀਵਨ ਨਿਰਵਾਹ ਕਰਦੇ ਸਨ। ਇਹ ਤੁਹਾਡਾ ਇੱਕ ਕੁਐਸਚਨ ਬਣੂਗਾ। ਨੈਕਸਟ ਹੈ ਸਮਾਜਿਕ ਪਰਿਵਰਤਨ, ਨਵੀਆਂ ਜਾਤੀਆਂ ਅਤੇ ਸ਼੍ਰੇਣੀਆਂ ਦਾ ਹੋਂਦ ਵਿੱਚ ਆਉਣਾ। ਮੱਧਕਾਲੀਨ ਯੁੱਗ ਸਮੇਂ ਉਪ ਮਹਾਦੀਪ ਵਿੱਚ ਆਰਥਿਕ ਅਤੇ ਸਮਾਜਿਕ ਪਰਿਵਰਤਨ ਹੋਣ ਕਰਕੇ ਨਵੇਂ ਹੁਨਰ ਵਾਲੇ ਸ਼ਿਲਪਕਾਰਾਂ ਦੀ ਮੰਗ ਕੀਤੀ ਜਾਣ ਲੱਗੀ। ਸਿੱਟੇ ਵਜੋਂ ਸਮਾਜ ਵਿੱਚ ਨਵੀਆਂ ਜਾਤੀਆਂ ਹੋਂਦ ਵਿੱਚ ਆਈਆਂ। ਅਹੋਮ ਅਤੇ ਗੌਂਡ ਲੋਕਾਂ ਬਾਰੇ ਵਿਸ਼ੇਸ਼ ਅਧਿਐਨ। ਅਹੋਮ ਕਬੀਲੇ ਦੇ ਲੋਕ 13ਵੀਂ ਸਦੀ ਵਿੱਚ ਚੀਨ ਤੋਂ ਅਹੋਮ ਪ੍ਰਦੇਸ਼ ਮਤਲਬ ਆਸਾਮ ਆਏ। ਇਹ ਤੁਹਾਨੂੰ ਇੱਕ ਬਲੈਂਕਸ ਵੀ ਆਉਂਦੀ ਹੈ, ਇੱਕ ਸੈਕਿੰਡ ਮੈਂ ਦੇਖ ਕੇ ਤੁਹਾਨੂੰ ਦੱਸਦਾ। ਇਹਦੇ 'ਚ ਆਉਂਦਾ ਹੈ ਅਹੋਮ ਕਬੀਲੇ ਦੇ ਲੋਕ ਡੈਸ਼ ਵਰਗ ਨਾਲ ਸੰਬੰਧ ਰੱਖਦੇ ਸਨ। ਅਹੋਮ ਕਬੀਲੇ ਪਹਿਲਾਂ ਹੀ ਦੇਖੋ, ਅਹੋਮ ਕਬੀਲੇ ਨੇ ਆਪਣਾ ਰਾਜ ਅਜੋਕੇ ਡੈਸ਼ ਦੇ ਇਲਾਕਿਆਂ ਵਿੱਚ ਸਥਾਪਿਤ ਕੀਤਾ। ਇਹਦਾ ਆਨਸਰ ਹੈ ਅਸਾਮ। ਇਹੀ ਆਪਾਂ ਹੁਣ ਪੜ੍ਹ ਰਹੇ ਹਾਂ ਇਸ ਬਾਰੇ। ਅੱਗੇ ਹੈ ਆਏ ਜੋ ਕਿ ਚੀਨ ਦੇ ਤਾਈ ਮੰਗੋਲਿਡ ਵਰਗ ਨਾਲ, ਮੰਗੋਲਿਡ ਇੱਕ ਐਂ ਕਹਿ ਲਓ ਟਰਾਈਬ ਹੈ, ਇੱਕ ਜਿਵੇਂ ਦਰਾਵੀਡੀਅਨ ਆਏ ਸੀਗੇ ਸਾਊਥ ਤੋਂ, ਉਵੇਂ ਮੰਗੋਲੀਅਡ ਵੀ ਆਏ ਸੀ। ਜਿਵੇਂ ਆਪਾਂ ਕਹਿ ਦਿੰਦੇ ਹਾਂ ਇਰਾਨੀਅਨ ਹੁੰਦੇ ਆ, ਇਹ ਅੱਡ ਅੱਡ ਤਾਂ ਜਿਵੇਂ ਆਪਾਂ ਆਪਣੇ ਤਾਂ ਹਿੰਦੂ ਮੁਸਲਿਮ ਉਹ ਚੀਜ਼ ਚੱਲਦੀ ਹੈ, ਇਹ ਮੰਗੋਲੀਅਡ ਵੀ ਇੱਕ ਜਾਤੀ ਹੈ। ਸੁਫਾਕਾ ਦਾ ਤੁਹਾਨੂੰ ਕੁਐਸਚਨ ਵੀ ਆਊਗਾ। ਸੁਫਾਕਾ ਅਹੋਮ ਵੰਸ਼ ਦਾ ਇੱਕ ਸ਼ਾਸਕ ਸੀ ਬੇਟੇ, ਜਿਹਨੇ 1228 ਤੋਂ ਲੈ ਕੇ 1268 ਤੱਕ ਰਾਜ ਕੀਤਾ ਸੀ। ਉਸਨੇ ਆਪਣੇ ਖੇਤਰ ਦੇ ਸਥਾਨਕ ਸ਼ਾਸਕਾਂ ਨੂੰ ਹਰਾਇਆ। ਹੌਲੀ ਹੌਲੀ ਉਸਨੇ ਅਹੋਮ, ਕੰਚਾਰੀ, ਮੋਰਨ, ਨਾਗ ਆਦਿ ਸਥਾਨਕ ਵੰਸ਼ਾਂ ਨੂੰ ਵੀ ਹਰਾਇਆ। ਇਸ ਤਰ੍ਹਾਂ ਉਸਨੇ ਬ੍ਰਹਮਪੁੱਤਰਾ ਤੱਕ ਆਪਣੇ ਰਾਜ ਦੀਆਂ ਹੱਦਾਂ ਦਾ ਵਿਸਥਾਰ ਕੀਤਾ। ਆਹ ਲਾਈਨ ਯਾਦ ਰੱਖਿਓ, ਉਸਦੀ ਰਾਜਧਾਨੀ ਗੁੜਗਾਉਂ ਸੀ। ਅਹੋਮ ਸ਼ਾਸਕ ਸਥਾਨਕ ਤਾਕਤਾਂ, ਮੁਗਲਾਂ ਅਤੇ ਬੰਗਾਲ ਆਦਿ ਵਿਰੁੱਧ ਲੜੇ।
ਮੁਗਲਾਂ ਨੇ ਅਹੋਮ ਪ੍ਰਦੇਸ਼ ਮਤਲਬ ਅਸਾਮ ਤੇ ਅਧਿਕਾਰ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਫਿਰ ਅਖੀਰ ਵਿੱਚ ਔਰੰਗਜ਼ੇਬ ਨੇ ਅਹੋਮ ਸ਼ਾਸਕਾਂ ਦੀ ਰਾਜਧਾਨੀ ਗੁੜਗਾਉਂ ਉੱਤੇ ਜਿੱਤ ਪ੍ਰਾਪਤ ਕਰ ਲਈ, ਪਰੰਤੂ ਉਹ ਇਸ ਨੂੰ ਮੁਗਲ ਸ਼ਾਸਨ ਅਧੀਨ ਨਾ ਰੱਖ ਸਕਿਆ। ਅਹੋਮ ਨੇ ਮੁਗਲਾਂ ਦੇ ਅਧੀਨ ਰਾਜ ਕੀਤਾ। 18ਵੀਂ ਸਦੀ ਵਿੱਚ ਅਹੋਮ ਰਾਜ ਦਾ ਪਤਨ ਹੋ ਗਿਆ। ਲਗਭਗ 1818 ਵਿੱਚ ਬਰਮਾ, ਜਿਹਨੂੰ ਹੁਣ ਮਾਇਨਮਾਰ ਕਹਿੰਦੇ, ਮਾਰ ਪਾਇਆ ਤੇ ਦੇ ਲੋਕਾਂ ਨੇ ਅਹੋਮ ਪ੍ਰਦੇਸ਼ ਮਤਲਬ ਅਸਾਮ ਉੱਤੇ ਹਮਲਾ ਕੀਤਾ। ਉਹਨਾਂ ਨੇ ਅਹੋਮ ਰਾਜਾ ਨੂੰ ਅਸਾਮ ਛੱਡਣ ਲਈ ਮਜਬੂਰ ਕੀਤਾ। ਫਿਰ 1826 ਵਿੱਚ ਅੰਗਰੇਜ਼ ਆ ਗਏ ਅਸਾਮ ਦੇ ਵਿੱਚ। ਉਹਨਾਂ ਨੇ ਬਰਮਾ ਦੇ ਲੋਕਾਂ ਨੂੰ ਹਰਾ ਦਿੱਤਾ। 1826 ਵਿੱਚ ਉਹਨਾਂ ਨਾਲ ਯਾਦਵੂ ਸੰਧੀ ਕਰ ਲਈ। ਇਸ ਤਰ੍ਹਾਂ ਅੰਗਰੇਜ਼ਾਂ ਦਾ ਅਸਾਮ ਦੇਸ਼ 'ਤੇ ਕਬਜ਼ਾ ਹੋ ਗਿਆ। ਦੈਨ ਹੈ ਗੋਂਡ ਬਾਰੇ। ਇਹਨੂੰ ਜਿਹੜਾ ਮੈਂ ਪੜ੍ਹਾਇਆ ਨਾ ਤੁਹਾਨੂੰ ਅਹੋਮ ਬਾਰੇ, ਇਹਨੂੰ ਪੜ੍ਹ ਲਿਓ ਚੰਗੀ ਤਰ੍ਹਾਂ। ਗੋਂਡ ਦੇ ਵਿੱਚ ਇੱਕ ਵਰਡ ਆਊਗਾ ਗੋਂਡਵਾਨਾ ਲੈਂਡ, ਗੋਂਡਵਾਨਾ ਧਰਤੀ, ਗੋਂਡਵਾਨਾ ਲੋਕ। ਜਿਹੜੇ ਗੋਂਡ ਲੋਕ ਉਸ ਧਰਤੀ 'ਤੇ ਰਹਿੰਦੇ ਸੀ ਉਹਨਾਂ ਨੂੰ ਗੋਂਡਵਾਨਾ ਕਿਹਾ ਜਾਂਦਾ ਸੀ। ਇਹ ਮੱਧ ਭਾਰਤ ਵਿੱਚ ਕਬੀਲੇ ਸਨ। ਇਹ ਪੱਛਮੀ ਉੜੀਸਾ, ਪੂਰਬੀ ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਆਦਿ ਪ੍ਰਾਂਤਾਂ ਵਿੱਚ ਵੱਸਦੇ ਸਨ। ਇਹਨਾਂ ਪ੍ਰਾਂਤਾਂ ਵਿੱਚ ਗੋਂਡ ਲੋਕਾਂ ਦੀ ਕਾਫੀ ਗਿਣਤੀ ਹੋਣ ਕਰਕੇ ਇਲਾਕੇ ਨੂੰ ਗੋਂਡਵਾਨਾ ਕਿਹਾ ਜਾਂਦਾ ਸੀ। 15ਵੀਂ ਸਦੀ ਤੋਂ 18ਵੀਂ ਸਦੀ ਤੱਕ ਗੋਂਡਵਾਨਾ ਇੱਕ ਖੁਸ਼ਹਾਲ ਇਲਾਕਾ ਸੀ। ਬਹੁਤ ਸਾਰੇ ਰਾਜ ਇੱਥੇ ਸਥਾਪਿਤ ਹੋਏ ਸੀ। ਅਗਲੀ ਜਿਹੜੀ ਲਾਈਨ ਪੜ੍ਹੂੰਗੀ ਤੁਹਾਨੂੰ ਬਲੈਂਕਸ ਆਊਗਾ ਕਿ ਪੁੱਛਣਗੇ ਰਾਣੀ ਦੁਰਗਾਵਤੀ ਕਿੱਥੋਂ ਦੀ ਮਸ਼ਹੂਰ ਸ਼ਾਸਕ ਸੀ, ਕਿਹੜੀ ਮਸ਼ਹੂਰ ਸ਼ਾਸਕ ਸੀ? ਤੁਸੀਂ ਕਹੋਗੇ ਗੋਂਡ ਮਸ਼ਹੂਰ ਸ਼ਾਸਕ ਸੀ। ਉਸ ਦਾ ਰਾਜ 5 ਸੁਤੰਤਰ ਰਾਜਾਂ ਵਿੱਚੋਂ ਇੱਕ ਸੀ। ਜਬਲਪੁਰ ਉਸ ਦੀ ਰਾਜਧਾਨੀ ਸੀ। ਲਾਈਨ ਟਿਕ ਕਰ ਲਓ ਤਿੰਨੇ। ਮੁਗਲ ਸ਼ਾਸਕ ਅਕਬਰ ਨੇ ਉਸ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ। ਉਹਨੂੰ ਕਿਹਾ ਕਿ ਤੂੰ ਸਰੈਂਡਰ ਕਰ ਲੈ, ਤੂੰ ਐਂ ਕਹਿ ਦੇ ਕਿ ਮੈਂ ਤੇਰੇ ਨੀਵੇਂ ਹੈ, ਪਰੰਤੂ ਰਾਣੀ ਨੇ ਅਕਬਰ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਮੁਗਲਾਂ ਅਤੇ ਰਾਣੀ ਦੁਰਗਾਵਤੀ ਵਿਚਕਾਰ ਇੱਕ ਭਿਆਨਕ ਯੁੱਧ ਹੋਇਆ, ਜਿਸ ਵਿੱਚ ਦੁਰਗਾਵਤੀ ਮੁਗਲਾਂ ਦੇ ਹੱਥੋਂ ਮਾਰੀ ਗਈ। ਗੋਂਡ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਹਨ। ਉਹਨਾਂ ਦੇ ਘਰ ਦੀ ਵੀ ਸਧਾਰਨ ਬਣਤਰ ਵਿੱਚ ਹੁੰਦੇ ਹਨ। ਇੱਕ ਨਿਰੀਖਣ ਅਨੁਸਾਰ ਪ੍ਰਾਂਤਾਂ ਦੇ ਹੋਰ ਲੋਕਾਂ ਨਾਲੋਂ ਗੋਂਡ ਲੋਕ ਬਹੁਤ ਘੱਟ ਗਿਣਤੀ ਵਿੱਚ ਪੜ੍ਹੇ ਲਿਖੇ ਹੁੰਦੇ ਹਨ। ਸਮਾਂ ਬੀਤਣ ਪਿੱਛੋਂ ਗੋਂਡ ਲੋਕ ਹੋਰ ਲੋਕਾਂ ਵਿੱਚੋਂ ਸ਼ਾਮਿਲ ਹੋ ਗਏ। ਇਹ ਯਾਦ ਰੱਖਣ ਯੋਗ ਨੁਕਤੇ ਹੈ। 6ਵਾਂ ਤੁਹਾਨੂੰ ਆਉਂਦਾ ਹੈ, 5ਵਾਂ ਵੀ ਤੁਹਾਨੂੰ ਕਰਾਤਾ, ਚੌਥਾ ਵੀ ਤੁਹਾਨੂੰ ਕਰਾਤਾ। ਤੀਜੇ 'ਚ ਦੱਸਿਆ ਹੈ ਕਿ ਹਰੇਕ ਕਬੀਲਾ ਆਪਣਾ ਭਾਈਚਾਰਾ ਹੈ। ਮੈਂ ਪਿੱਛੋਂ ਲੱਗ ਗਈ ਬੇਟੇ ਕਿਉਂਕਿ ਉਹ ਹੋਏ ਵੇ ਸੀ ਨਾ। ਤਾਂ ਕਬਾਇਲੀ ਸਮਾਜ ਸ਼੍ਰੇਣੀਆਂ ਵਿੱਚ ਨਹੀਂ ਵੰਡਿਆ, ਮਤਲਬ ਉਹ ਇੱਕ ਦੂਜੇ ਦੀ ਹੈਲਪ ਕਰਦੇ ਹੈ, ਇੱਕ ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੈ। ਪਹਿਲਾ ਪੁਆਇੰਟ ਪੜ੍ਹਨ ਲੱਗੀ ਹਾਂ ਮੈਂ, ਉਹ ਦੇਖੋ। ਭਾਰਤੀ ਉਪ ਮਹਾਦੀਪ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਕਬੀਲੇ ਹਨ। ਪੰਜਾਬ ਦੇ ਇਲਾਕੇ, ਜਿਹੜਾ ਕੁਐਸਚਨ ਵੀ ਹੈ, ਖੋਖਰ, ਗੱਖਰ, ਲੰਗਾ, ਅਰਕੂਨ, ਬਲੋਚ। ਪੜ੍ਹੇ ਪਹਿਲਾਂ ਵੀ ਲਿਆ, ਦੁਬਾਰਾ ਮੈਂ ਤਾਂ ਪੜ੍ਹਿਆ, ਇਹਦਾ ਕੁਐਸਚਨ ਬਣੂਗਾ। ਦੈਨ ਉਦੋਂ ਬਾਅਦ ਤੁਹਾਨੂੰ ਜਿਹੜਾ ਇਹ ਨਕਸ਼ਾ ਦਿੱਤਾ ਹੈ, ਗੋਂਡਵਾਨਾ ਨਕਸ਼ਾ ਇਹ ਬੇਟੇ। ਇਹਦੇ ਵਿੱਚ ਇੱਕ ਤਾਂ ਸੂਬਾ ਸੀਮਾ ਦੱਸੀ ਹੋਈ ਹੈ, ਇੱਕ ਸਰਕਾਰਾਂ ਦੱਸੀਆਂ ਵੀ ਹੈ। ਜਿੱਥੇ ਡਾਟਸ ਲੱਗੀਆਂ ਉੱਥੇ ਸਰਕਾਰਾਂ ਦੇਖ ਲਓ, ਇੱਥੇ ਸਰਕਾਰ ਹੈ। ਵੈਸੇ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ, ਇੱਕ ਅੱਧਾ ਮਾਡਲਾ ਆ ਜਾਂਦਾ ਹੁੰਦਾ, ਪਰ ਫਿਰ ਵੀ ਇੱਕ ਵਾਰੀ ਮਾੜਾ ਜਿਹਾ ਪੜ੍ਹ ਕੇ ਰੱਖਿਓ, ਇੱਕ ਅੱਧੇ ਨੰਬਰ ਦਾ ਹੀ ਆਊਗਾ ਜੇ ਆਇਆ ਤਾਂ। ਅਤੇ ਤੁਹਾਨੂੰ ਮੈਂ ਕੁਐਸਚਨਸ ਭੇਜ ਚੁੱਕੀ ਹਾਂ ਅਤੇ ਖਾਲੀ ਥਾਵਾਂ ਵੀ ਭੇਜ ਚੁੱਕੀ ਹਾਂ। ਹੁਣ ਇਹ ਚੈਪਟਰ ਤੁਸੀਂ ਆਪਦਾ ਪੂਰਾ ਕਰ ਲੈਣਾ ਹੈ। ਅਤੇ ਜਿਹੜਾ ਮੈਂ ਤੁਹਾਨੂੰ ਹੁਣ ਇੱਥੇ ਵੀਡੀਓ ਦਿਖਾ ਰਹੀ ਹਾਂ, ਇਹਦੇ ਵਿੱਚ ਚੈਪਟਰ ਨੰਬਰ ਗਲਤ ਹੈ। ਇਹ 14ਵਾਂ ਚੈਪਟਰ ਨਹੀਂ ਹੈਗਾ, ਇਹ 17ਵਾਂ ਚੈਪਟਰ ਆਪਣੇ ਸਿਲੇਬਸ ਦੇ ਵਿੱਚ। ਇਹਨੂੰ ਆਪਦੀ ਨੋਟਬੁੱਕਸ 'ਤੇ ਕੰਪਲੀਟ ਕਰਕੇ ਲਰਨ ਕਰ ਲਓ ਅਤੇ ਪੜ੍ਹਨਾ ਹੈ, ਕਿਉਂਕਿ ਚੈਪਟਰ ਦੇ ਵਿੱਚੋਂ ਕੁਐਸਚਨਸ ਪੁੱਛੇ ਜਾਂਦੇ ਹੈ। ਸਾਰੇ ਪਿਛਲੇ ਤਾਂ ਬਹੁਤ ਥੋੜ੍ਹੇ ਦਿੱਤੇ ਹੋਏ ਹੈ। ਥੈਂਕ ਯੂ ਬੇਟਾ।